ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਬੀਤੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਇੱਕ ਅਹਿਮ ਐਲਾਨ ਕੀਤਾ ਗਿਆ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਹੁਣ ਜਿਹੜੇ ਇੱਥੇ ਲੋਕ ਬੈਠੇ ਨੇ ਜਿਨ੍ਹਾਂ ਦੇ ਮਾਪੇ ਉਹਨਾਂ ਤੋਂ ਦੂਰ ਨੇ ਉਹ ਉਹਨਾਂ ਨੂੰ ਕੈਨੇਡਾ ਬੁਲਾ ਸਕਦੇ ਨੇ। ਔਰ ਇਸ ਸੰਬੰਧੀ ਅਸੀਂ ਵੀ ਅੱਜ ਜਾਣਕਾਰੀ ਲੈ ਕੇ ਆਏ ਹਾਂ ਕਿ ਕਿਸ ਤਰ੍ਹਾਂ ਤੁਸੀਂ ਇਹ ਅਪਲਾਈ ਕਰ ਸਕਦੇ ਹੋ, ਕੌਣ-ਕੌਣ ਆਪਣੇ ਮਾਪਿਆਂ ਨੂੰ ਬੁਲਾ ਸਕਦਾ ਤੇ ਕਿੰਨੀਆਂ ਐਪਲੀਕੇਸ਼ਨਾਂ ਜਿਹੜੀਆਂ ਉਹ ਅਪਰੂਵ ਹੋਣਗੀਆਂ। ਸੋ ਇਸ ਲਈ ਅਸੀਂ ਪਹੁੰਚੇ ਸਰੀ ਦੇ ਪਾਇਲ ਬਿਜ਼ਨਸ ਸੈਂਟਰ ਮਲਹੋਤਰਾ ਇਮੀਗ੍ਰੇਸ਼ਨਸ, ਜਿੱਥੇ ਅਸੀਂ ਵਾਈਡੀ ਮਲਹੋਤਰਾ ਉਹਨਾਂ ਕੋਲ ਪਹੁੰਚੇ ਹਾਂ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਤੋਂ ਸਾਰੀ ਜਾਣਕਾਰੀ ਲਵਾਂਗੇ ਤੇ ਉਹ ਤੁਹਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਤੁਸੀਂ ਇਹਦੇ ਵਿੱਚ ਅਪਲਾਈ ਕਰ ਸਕਦੇ ਹੋ। ਔਰ ਮਲਹੋਤਰਾ ਸਾਹਿਬ ਖੁਦ ਬੜੇ ਐਕਸਪੀਰੀਅੰਸ ਨੇ, ਬਤੌਰ 30 ਸਾਲ ਉਹਨਾਂ ਨੇ ਇੱਕ ਵੀਜ਼ਾ ਅਫਸਰ ਵਜੋਂ ਕੈਨੇਡਾ ਲਈ ਕੰਮ ਕੀਤਾ। ਸੋ ਮਲਹੋਤਰਾ ਜੀ ਸਾਡੇ ਨਾਲ ਨੇ। ਸੋ ਬਹੁਤ ਬਹੁਤ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਟੀਵੀ ਪੰਜਾਬ ਤੇ। ਥੈਂਕ ਯੂ ਵੈਰੀ ਮਚ ਮਨਦੀਪ ਜੀ। ਅੱਛਾ ਮਲਹੋਤਰਾ ਜੀ, ਜਿਹੜਾ ਇਹ ਐਲਾਨ ਕੀਤਾ ਸੀ ਇਮੀਗ੍ਰੇਸ਼ਨ ਮੰਤਰੀ ਉਹਨਾਂ ਨੇ 5 ਅਕਤੂਬਰ ਨੂੰ, ਇਹਦੇ ਸੰਬੰਧੀ ਪਹਿਲਾਂ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਓ ਕਿ ਇਹ ਅਸਲ 'ਚ ਹੈ ਕੀ ਆ ਤੇ ਇਹ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ। ਕੈਨੇਡੀਅਨ ਇਮੀਗ੍ਰੇਸ਼ਨ ਐਕਟ ਰੈਗੂਲੇਸ਼ਨਸ ਦੇ ਹਿਸਾਬ ਦੇ ਨਾਲ ਕੈਨੇਡੀਅਨ ਸਿਟੀਜ਼ਨ, ਪਰਮਾਨੈਂਟ ਰੈਜ਼ੀਡੈਂਟ ਸਪਾਂਸਰ ਕਰ ਸਕਦੇ ਨੇ ਆਪਣੇ ਪੇਰੈਂਟਸ ਔਰ ਗ੍ਰੈਂਡ ਪੇਰੈਂਟਸ ਨੂੰ। ਇਸ ਦੇ ਵਾਸਤੇ ਉਹਨਾਂ ਦੀ ਐਲੀਜੀਬਿਲਿਟੀ ਬਣਾਈ ਗਈ ਹੈਗੀ ਹੈ। ਕੁਛ ਦੇਰ ਪਹਿਲੇ ਜਿਹੜੀ ਲੋ ਇਨਕਮ ਕੱਟ ਆਫ ਸੀਗੀ, ਉਹਦੇ ਹਿਸਾਬ ਦੇ ਨਾਲ ਫੈਮਿਲੀ ਸਾਈਜ਼ ਦੇ ਮੁਤਾਬਿਕ ਕੈਨੇਡੀਅਨ ਸਿਟੀਜ਼ਨਸ ਔਰ ਪਰਮਨੈਂਟ ਰੈਜ਼ੀਡੈਂਟਸ ਆਪਣੇ ਪੇਰੈਂਟਸ ਔਰ ਗ੍ਰੈਂਡ ਪੇਰੈਂਟਸ ਨੂੰ ਸਪਾਂਸਰ ਕਰ ਸਕਦੇ ਸਨ। ਲੇਕਿਨ ਜੇਸਨ ਕੈਨੀ ਜਿਸ ਵੇਲੇ ਮਿਨਿਸਟਰ ਸਨ, ਉਹਨਾਂ ਨੇ ਫਿਰ ਜਿਹੜੀ ਲੋ ਇਨਕਮ ਕੱਟ ਆਫ ਹੈਗੀ ਹੈ ਉਸ ਤੋਂ 30% ਐਡ ਕਰਕੇ ਪੇਰੈਂਟਸ ਨੂੰ ਸਪਾਂਸਰ ਕਰਨ ਵਾਸਤੇ ਇਨਕਮ ਬਣਾ ਦਿੱਤੀ ਸੀਗੀ, ਜਿਹਦੇ ਨਾਲ ਕਿ ਸਿਟੀਜ਼ਨਸ ਨੂੰ ਔਰ ਪਰਮਾਨੈਂਟ ਰੈਜ਼ੀਡੈਂਟਸ ਨੂੰ ਜ਼ਿਆਦਾ ਪ੍ਰੋਬਲਮ ਹੋਈ ਆਪਣੇ ਪੇਰੈਂਟਸ ਔਰ ਗ੍ਰੈਂਡ ਪੇਰੈਂਟਸ ਨੂੰ ਸਪਾਂਸਰ ਕਰਨ ਵਾਸਤੇ। ਇਸ ਤੋਂ ਇਲਾਵਾ 2016-17 ਦੇ ਕਰੀਬ ਇੰਨਾ ਜ਼ਿਆਦਾ ਪੇਰੈਂਟਸ ਔਰ ਗ੍ਰੈਂਡ ਪੇਰੈਂਟਸ ਦਾ ਐਪਲੀਕੇਸ਼ਨਸ ਦਾ ਬੈਕਲਾਗ ਵੱਧ ਗਿਆ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਕਦਮ ਉਠਾਉਣੇ ਪਏ ਸਨ। ਜੀ, ਅਤੇ ਜਿਹੜਾ ਹੁਣ ਇਸ ਸਾਲ ਇਹ 10,000 ਐਪਲੀਕੇਸ਼ਨ ਦਾ ਜਿਹੜਾ ਇਹਨਾਂ ਨੇ ਕਿਹਾ ਕਿ ਇਹਦੇ ਵਿੱਚ ਬੈਕਲੌਗ ਵਾਲੀਆਂ ਵੀ ਸਾਰੀਆਂ ਹੋਣਗੀਆਂ, ਜਿਹੜੀਆਂ ਨਵੇਂ ਸਿਰੋਂ ਸਾਰੇ ਅਪਲਾਈ ਕਰਨਗੇ ਉਹੀ ਜਿਹੜੀਆਂ ਐਕਸੈਪਟ ਕੀਤੀਆਂ ਜਾਣਗੀਆਂ। ਇਹ ਜਿਹੜੇ 10,000 ਐਪਲੀਕੇਸ਼ਨ ਹੈਗੀਆਂ ਨੇ ਉਹ ਇਸ ਸਾਲ ਦੀਆਂ ਨਵੀਆਂ ਐਪਲੀਕੇਸ਼ਨਸ ਨੇ। ਬੈਕਲਾਗ ਨੂੰ ਇਹਦੇ ਵਿੱਚ ਕੰਸੀਡਰ ਨਹੀਂ ਕੀਤਾ ਜਾਂਦਾ ਹੈਗਾ, ਐਡ ਨਹੀਂ ਕੀਤਾ ਜਾਂਦਾ ਹੈਗਾ ਜੀ। ਜਿਹੜੇ 2017 ਦੇ ਵਿੱਚ ਜਿਹੜਾ ਸਿਸਟਮ ਇਹਨਾਂ ਨੇ ਕੀਤਾ ਸੀਗਾ ਉਹ ਸੀਗਾ ਕਿ ਫਸਟ ਕਮ ਫਸਟ ਸਰਵ 'ਤੇ। ਉਸ ਦੇ ਵਿੱਚ ਪ੍ਰੋਬਲਮਸ ਕੀ ਸੀਗੀਆਂ ਕਿ ਐਪਲੀਕੇਸ਼ਨ ਸਾਰੀਆਂ ਮਿਸਿਸਾਗਾ ਜਾਂਦੀਆਂ ਸਨ ਔਰ ਉੱਥੇ ਲਾਈਨਾਂ ਲੱਗ ਜਾਂਦੀਆਂ ਸਨ ਸਵੇਰੇ ਐਪਲੀਕੇਸ਼ਨਸ ਦੇਣ ਵਾਸਤੇ। ਉਹਨੂੰ ਓਵਰਕਮ ਕਰਨ ਵਾਸਤੇ 2018 ਦੇ ਵਿੱਚ ਇਹਨਾਂ ਫਿਰ ਲਾਟਰੀ ਸਿਸਟਮ ਸਟਾਰਟ ਕੀਤਾ। ਲਾਟਰੀ ਸਿਸਟਮ ਜਿਹੜਾ ਹੈਗਾ ਉਹ ਵੀ ਨਾਕਾਮਯਾਬ ਰਿਹਾ। ਫਿਰ ਪਿਛਲੇ ਸਾਲ ਇੱਕ ਹੋਰ ਸਿਸਟਮ ਸਟਾਰਟ ਕੀਤਾ ਗਿਆ ਕਿ ਕੰਪਿਊਟਰ ਦੇ ਰਾਹੀਂ ਤੁਸੀਂ ਆਪਣਾ ਇੰਟਰਸਟ ਸ਼ੋਅ ਕਰਨਾ ਹੈਗਾ। ਅਨਫੋਰਚੂਨੇਟਲੀ ਜਿੰਨੀਆਂ ਐਪਲੀਕੇਸ਼ਨਸ ਇਹਨਾਂ ਨੂੰ ਚਾਹੀਦੀਆਂ ਸਨ 10,000, ਉਹ 5 ਮਿੰਟ ਦੇ ਵਿੱਚ ਹੀ ਸਾਰੀਆਂ ਕੰਪਲੀਟ ਹੋ ਗਈਆਂ ਔਰ ਬਾਅਦ ਵਿੱਚ ਸਾਰੇ ਸਿਸਟਮਸ ਸ਼ਟ ਡਾਊਨ ਹੋ ਗਏ। ਬਹੁਤ ਜ਼ਿਆਦਾ ਉਹਦੇ ਵਿੱਚ ਰੋਸ਼ ਹੋਇਆ। ਇਮੀਗ੍ਰੈਂਟ ਕਮਿਊਨਿਟੀ ਬਹੁਤ ਦੁਖੀ ਹੋਈ ਕਿ ਜਿਹੜੇ ਲੋਕ ਸਾਲ ਭਰ ਇੰਤਜ਼ਾਰ ਕਰਦੇ ਨੇ ਕਿ ਅਸੀਂ ਆਪਣੇ ਪੇਰੈਂਟਸ ਦੀ ਸਪਾਂਸਰਸ਼ਿਪ ਐਪਲੀਕੇਸ਼ਨ ਪਾਈਏ, ਉਹਦਾ ਡਿਸੀਜਨ ਜਿਹੜਾ ਹੈਗਾ ਲੈਸ ਦੈਨ 5 ਮਿੰਟਸ ਦੇ ਵਿੱਚ ਹੋ ਗਿਆ। ਸੋ ਇਸ ਸਾਲ ਮਿਨਿਸਟਰ ਨੇ ਦੁਬਾਰਾ ਲਾਟਰੀ ਸਿਸਟਮ ਚੂਜ਼ ਕੀਤਾ ਹੈਗਾ। 2020 ਦੇ ਵਿੱਚ ਬਿਗਨਿੰਗ ਈਅਰ ਦੇ ਵਿੱਚ ਐਪਲੀਕੇਸ਼ਨਸ ਇਨਵਾਈਟ ਕਰਨੀਆਂ ਚਾਹੀਦੀਆਂ ਸਨ, ਲੇਕਿਨ ਮਿਨਿਸਟਰ ਅਨਡਿਸਾਈਡਡ ਸੀਗੇ ਕਿ ਕਿਹੜਾ ਸਿਸਟਮ ਅਖਤਿਆਰ ਕੀਤਾ ਜਾਏ, ਅਪਣਾਇਆ ਜਾਏ। ਉਸ ਤੋਂ ਬਾਅਦ ਜਦ ਤੱਕ ਕਿ ਅਪ੍ਰੈਲ ਦੇ ਵਿੱਚ
ਉਹਨਾਂ ਦਾ ਡਿਸੀਜਨ ਹੋਣਾ ਸੀਗਾ, ਕੋਵਿਡ ਸਟਾਰਟ ਹੋ ਗਿਆ ਔਰ ਹੁਣ ਜਾ ਕਰਕੇ ਡਿਸੀਜਨ ਹੋਇਆ ਹੈਗਾ 10,000 ਐਪਲੀਕੇਸ਼ਨਸ ਲੈਣ ਵਾਸਤੇ। ਇਸ ਦੇ ਨਾਲ ਇਹ ਵੀ ਅਨਾਉਂਸਮੈਂਟ ਹੋਈ ਹੈਗੀ ਕਿ ਨੈਕਸਟ ਈਅਰ 30,000 ਐਪਲੀਕੇਸ਼ਨਸ ਲਈਆਂ ਜਾਣਗੀਆਂ। ਲਾਸਟ ਈਅਰ ਆਲਸੋ they took initially 10,000 and then they added another 10,000, 20,000. क्या पहले तो प्रोसेस ਜਿਹੜਾ ਹੈਗਾ ਉਹ ਸਪੀਡੀ ਹੋ ਗਿਆ ਹੈਗਾ? ਹਾਂ ਹੋ ਗਿਆ ਹੈਗਾ, ਇਸ ਵਿੱਚ ਕੋਈ ਸ਼ੱਕ ਨਹੀਂ ਹੈਗਾ। ਪਹਿਲੇ ਪੇਰੈਂਟਸ ਗ੍ਰੈਂਡ ਪੇਰੈਂਟਸ ਦੀ ਐਪਲੀਕੇਸ਼ਨਸ ਨੂੰ ਜਿੱਥੇ 6-6 8-8 ਸਾਲ ਲੱਗ ਜਾਂਦੇ ਸਨ, ਹੁਣ 2-2.5 ਸਾਲਾਂ ਦੇ ਵਿੱਚ ਉਹਨਾਂ ਦੇ ਡਿਸੀਜਨਸ ਹੋ ਰਹੇ ਨੇ। ਜਿਵੇਂ ਪਿਛਲੇ ਸਾਲ ਤਾਂ ਕੁਝ ਹੀ ਮਿੰਟਾਂ ਵਿੱਚ ਹੋ ਗਿਆ ਸੀ, ਉਹਨਾਂ ਨੇ ਖੋਲ੍ਹਿਆ ਨਾਲ ਹੀ ਸਾਰਿਆਂ ਨੇ ਆਨਲਾਈਨ, ਕਿਉਂਕਿ ਖੋਲ੍ਹ ਕੇ ਬੈਠੇ ਸੀ ਵੈਬਸਾਈਟ ਵੀ ਕਦੋਂ ਸਟਾਰਟ ਹੋਵੇ ਤੇ ਨਾਲ ਹੀ ਭਰੀਏ, ਤਾਂ ਬਹੁਤ ਜਲਦੀ ਕਈਆਂ ਦਾ ਤਾਂ ਸ਼ਾਇਦ ਹਲੇ ਵੈਬਸਾਈਟ ਖੋਲ੍ਹੀ ਵੀ ਨਹੀਂ ਸੀ, ਪਹਿਲਾਂ ਹੀ ਜਿਹੜਾ ਪ੍ਰੋਗਰਾਮ ਬੰਦ ਹੋ ਗਿਆ। ਇਸ ਸਾਲ ਇਹਨਾਂ ਨੇ 3 ਹਫ਼ਤੇ ਦਿੱਤੇ ਆ, ਇਸ ਸਾਲ ਕਿਵੇਂ ਇਹ ਪ੍ਰੋਸੈਸ ਚੱਲੇਗਾ, ਕਿਸ ਤਰ੍ਹਾਂ ਅਪਲਾਈ ਕੀਤਾ ਜਾ ਸਕਦਾ? ਜਿਹੜੇ 3 ਹਫ਼ਤੇ ਦਾ ਟਾਈਮ ਦਿੱਤਾ ਹੈਗਾ, ਇੱਕ ਕੰਪਿਊਟਰ ਦੇ ਉੱਤੇ ਇਹਨਾਂ ਨੇ ਕੁਐਸਚਨੇਅਰ ਅਪਲੋਡ ਕਰਨਾ ਹੈਗਾ, ਜਿਸ ਨੂੰ ਕਿ ਇੰਟਰਸਟ ਟੂ ਸਪਾਂਸਰ ਫਾਰਮ ਕਿਹਾ ਜਾਣਾ ਹੈਗਾ। ਉਸ ਦੇ ਵਿੱਚ ਬੇਸਿਕ ਇਨਫੋਰਮੇਸ਼ਨ ਮੰਗੀ ਜਾਏਗੀ ਔਰ ਮੇਰੇ ਐਕਸਪੀਰੀਅੰਸ ਦੇ ਮੁਤਾਬਿਕ ਮੈਂ ਕਹਿ ਸਕਾਂਗਾ ਕਿ ਉਹਦੇ 'ਚ ਜਿਹੜੇ ਸਪਾਂਸਰ ਦੀ ਇਨਫੋਰਮੇਸ਼ਨ, ਸਪਾਂਸਰ ਸਪਾਊਸ ਜਿਹਨੂੰ ਅਸੀਂ ਕੋ ਸਪਾਂਸਰ ਕਹਿੰਦੇ ਹੈਗੇ, ਪ੍ਰਿੰਸੀਪਲ ਐਪਲੀਕੈਂਟ ਔਰ ਨੰਬਰ ਆਫ applicants, total number of applicants, family size of the sponsoring family, and eligibility to sponsor, ਇਹ ਮੰਗੀ ਜਾਏਗੀ। ਉਸ ਤੋਂ ਬਾਅਦ ਉਹ ਜਿਹੜੇ total interest to sponsor forms ਹੈਗੇ ਨੇ, ਉਹਨਾਂ ਨੂੰ ਲਾਟਰੀ ਸਿਸਟਮ ਦੇ ਅੰਦਰ 10,000 ਸਪਾਂਸਰਸ ਦੇ ਨਾਂ ਕੰਪਿਊਟਰ ਦੇ ਉੱਤੇ ਫਿਰ ਅਪਲੋਡ ਕੀਤੇ ਜਾਣਗੇ ਔਰ ਉਸ ਤੋਂ ਬਾਅਦ 60 ਡੇਜ਼ ਦਾ ਟਾਈਮ ਮਿਲੇਗਾ ਐਪਲੀਕੇਸ਼ਨਸ ਕਰਨ ਵਾਸਤੇ। ਇਹਦੇ ਵਿੱਚ ਆਪਾਂ ਜਦੋਂ ਤੁਸੀਂ ਫੈਮਿਲੀ ਸਾਈਜ਼ ਦੀ ਗੱਲ ਕਰਦੇ ਹਾਂ, ਪਹਿਲਾਂ ਆਪਾਂ ਇਹ ਗੱਲ ਕਰ ਲਈ ਕਿ ਇਹਦੇ ਵਿੱਚ ਕੌਣ ਤੇ ਕਿਹਨੂੰ ਸਪਾਂਸਰ ਕਰ ਸਕਦਾ? ਜਿਹੜੀ ਸਪਾਂਸਰਿੰਗ ਫੈਮਿਲੀ ਹੈਗੀ ਹੈ ਉਸ ਦੇ ਵਿੱਚ ਸਪਾਂਸਰ, ਕੋ ਸਪਾਂਸਰ ਯਾਨੀ ਕਿ ਅਗਰ ਹਸਬੈਂਡ ਹੈ ਤੇ ਵਾਈਫ ਉਹਦੀ, ਬੱਚੇ ਅੰਡਰ 22 years of age ਐਂਡ ਡਿਪੈਂਡੈਂਟ। ਉਹ ਅਗਰ ਪਹਿਲੇ ਕਿਸੇ ਫੈਮਿਲੀ ਨੂੰ ਸਪਾਂਸਰ ਕੀਤਾ ਹੈਗਾ, ਯਾਨੀ ਇੱਕ ਸੈਟ ਆਫ ਪੇਰੈਂਟਸ ਨੂੰ ਅਗਰ ਸਪਾਂਸਰ ਕੀਤਾ ਗਿਆ, ਉਹਦੇ ਨਾਲ ਬੱਚਿਆਂ ਨੂੰ ਵੀ ਸਪਾਂਸਰ ਕੀਤਾ ਗਿਆ ਹੈਗਾ ਔਰ ਉਹਦੀ ਸਪਾਂਸਰਸ਼ਿਪ ਪੀਰੀਅਡ ਖਤਮ ਨਹੀਂ ਹੋਇਆ ਹੈਗਾ, ਉਹ ਵੀ ਸਪਾਂਸਰਿੰਗ ਫੈਮਿਲੀ ਦੇ ਵਿੱਚ ਇਨਕਲੂਡ ਹੋ ਜਾਂਦੇ ਨੇ। ਔਰ ਸਪਾਂਸਰਡ ਫੈਮਿਲੀ ਦੇ ਵਿੱਚ ਪੇਰੈਂਟਸ ਔਰ ਉਹਨਾਂ ਦੇ ਡਿਪੈਂਡੈਂਟ ਚਿਲਡਰਨ ਅੰਡਰ 22 years of age ਐਂਡ ਡਿਪੈਂਡੈਂਟ, ਉਹਨਾਂ ਨੂੰ ਕੀਤਾ ਜਾਂਦਾ ਹੈਗਾ। ਦੂਜਾ ਸੈੱਟ ਹੁੰਦਾ ਹੈਗਾ ਗ੍ਰੈਂਡ ਪੇਰੈਂਟਸ ਦਾ, ਆਈਦਰ ਸਾਈਡ ਆਫ ਗ੍ਰੈਂਡ ਪੇਰੈਂਟਸ, ਪੈਟਰਨਲ ਗ੍ਰੈਂਡ ਪੇਰੈਂਟਸ, ਮੈਟਰਨਲ ਗ੍ਰੈਂਡ ਪੇਰੈਂਟਸ ਔਰ ਉਹਨਾਂ ਦੇ ਡਿਪੈਂਡੈਂਟ ਚਿਲਡਰਨ, ਔਰ ਉਹਨਾਂ ਨੂੰ ਮਿਲਾ ਕਰਕੇ ਟੋਟਲ ਨੰਬਰ ਆਫ ਫੈਮਿਲੀ ਮੈਂਬਰਸ ਮੰਨਿਆ ਜਾਂਦਾ ਹੈਗਾ। ਫਰਕ ਇਹ ਹੈਗਾ ਇਸ ਸਾਲ ਦੇ ਵਿੱਚ ਕਿ 2020 ਦੇ ਵਿੱਚ ਕੋਵਿਡ ਕਰਕੇ ਲੋ ਇਨਕਮ ਕੱਟ ਆਫ ਜਿਹੜੀ ਹੈਗੀ ਉਸੇ ਨੂੰ ਇਨਕਮ ਦਾ ਮੈਯਰ ਮੰਨਿਆ ਗਿਆ ਹੈਗਾ। ਅਨਲਾਈਕ 2017, 2018, 2019 ਜਿਹਦੇ ਵਿੱਚ ਕਿ ਲੋ ਇਨਕਮ ਕੱਟ ਆਫ +30% ਐਡ ਕੀਤਾ ਗਿਆ ਸੀਗਾ। ਜੇ ਜੋ ਤੁਸੀਂ ਕਹਿੰਦੇ ਹੋ ਕਿ ਡਿਪੈਂਡੈਂਟ ਚਿਲਡਰਨਸ, ਉਹਦੇ ਵਿੱਚ ਇਹ ਆ ਕਿ ਮੰਨ ਲਓ ਜੇ ਕਿਸੇ ਨੇ ਆਪਣੇ ਮਾਪਿਆਂ ਨੂੰ ਕਰਨਾ ਹੈ, ਉਹਦੇ ਨਾਲ ਜੇ ਉਹਦੇ ਕੋਈ ਛੋਟੇ ਭੈਣ ਭਰਾ ਆ ਤਾਂ ਨਾਲ ਉਹਨਾਂ ਦਾ ਵੀ ਸਪਾਂਸਰ ਹੋ ਸਕਦਾ ਹੈ? ਤੁਹਾਡਾ ਕਹਿਣ ਦਾ ਮਤਲਬ ਸਪਾਂਸਰ ਦੇ ਛੋਟੇ ਭੈਣ ਭਰਾ ਹੈਗੇ ਨੇ ਜਿਹੜੇ ਮਾਤਾ ਪਿਤਾ ਦੇ ਬੱਚੇ ਹਨ? ਹਾਂਜੀ, 22 years ਤੋਂ ਘੱਟ ਦੇ
ਬੱਚੇ ਜਿਹੜੇ ਨੇ ਉਹ ਇਨਕਲੂਡ ਹੁੰਦੇ ਨੇ ਜੀ ਅਗਰ ਉਹ ਡਿਪੈਂਡੈਂਟ ਹੈਗੇ ਨੇ ਅਗਰ ਉਹ ਮੈਰਿਡ ਹੈਗੇ ਨੇ ਔਰ ਉਹਨਾਂ ਨੇ ਕੰਮ ਕਰਨਾ ਛੱਡ ਦਿੱਤਾ ਹੈਗਾ ਇੰਡੀਪੈਂਡੈਂਟ ਹੋ ਗਏ ਨੇ ਫਿਰ ਨਹੀਂ ਹੋਏਗਾ ਜੀ ਤੇ ਇਸ ਤੋਂ ਇਲਾਵਾ ਹੋਰ ਇਸ ਇਹਦੇ ਵਿੱਚ ਦੇਖਿਆ ਜਾਵੇ ਤਾਂ ਸਭ ਤੋਂ ਅਹਿਮ ਤੁਸੀਂ ਦੱਸਿਆ ਸੀ ਕਿ ਜੈਸਨ ਕੈਨੀ ਹੋਣਾ ਵੇਲੇ ਜਿਹੜੀ ਆ ਉਹ +30 ਕਰ ਦਿੱਤਾ ਗਿਆ ਸੀ ਜਿਹੜੀ ਟੈਕਸ ਰਿਕੁਆਇਰਮੈਂਟ ਸੀ 31 ਘਟਾਈ ਗਈ ਆ ਸੋ ਉਹੀ ਜਿਹੜੀ ਉਦੋਂ ਵਧੀ ਸੀ ਹੁਣ ਘਟਾਈ ਗਈ ਆ ਤੇ ਇਹਦਾ ਕਿੰਨਾ ਕੁ ਆਸਾਨ ਹੋ ਜਾਊਗਾ ਇਹਦੇ ਵਿੱਚ ਅਪਲਾਈ ਕਰਨਾ ਅਗਰ ਤੁਸੀਂ ਇਸ ਨੂੰ ਆਸਾਨ ਸਮਝਦੇ ਹੈਗੇ ਹੋ ਤੇ ਮੈਂ ਉਸ ਦੇ ਨਾਲ ਐਗਰੀ ਨਹੀਂ ਕਰਦਾ ਹੈਗਾ ਕਿਉਂਕਿ ਕੋਵਿਡ ਦੇ ਕਰਕੇ ਇਨਕਮ ਅਦਰਵਾਈਜ਼ ਵੀ ਲੋ ਹੋ ਗਈ ਹੈਗੀ ਹੈ ਜੀ ਅਗਰ 30% ਉੱਪਰ ਦਾ ਜਿਹੜਾ ਹੈਗਾ ਘਟਾ ਦਿੱਤਾ ਗਿਆ ਹੈਗਾ ਤਾਂ ਕੋਈ ਵੱਡੀ ਚੀਜ਼ ਨਹੀਂ ਹੈਗੀ ਕਿਉਂਕਿ ਨਾਰਮਲੀ ਅਗਰ ਪਹਿਲੇ ਇਨਕਮ ਇੱਕ ਬੰਦੇ ਦੀ 60,000 ਸੀਗੀ ਔਰ ਅਗਰ ਇਸ ਵਾਰੀ 40 ਰਹਿ ਗਈ ਹੈਗੀ ਹੈ ਤਾਂ 30% ਤਾਂ ਨਾ ਘਟੀ ਫਿਰ ਹੋਰ ਜ਼ਿਆਦਾ ਘਟ ਗਈ ਇਸ ਵਾਸਤੇ ਮੁਸ਼ਕਲ ਹੋ ਜਾਏਗੀ ਹਾਂ ਇਹ ਜ਼ਰੂਰ ਹੈਗਾ ਕਿ ਕੁਛ ਰਾਹਤ ਮਿਲੀ ਹੈ ਜੀ ਅਗਰ ਜਿਹੜੀ ਗਵਰਨਮੈਂਟ ਨੇ ਰਿਲੀਫ ਦਿੱਤੀ ਹੈ ਕਿ ਉਸ ਨੂੰ ਵੀ ਐਡ ਕੀਤਾ ਜਾਣਾ ਉਹਦੇ ਵਿੱਚ ਉਹ ਵੀ ਤੁਹਾਡੀ ਇਨਕਮ ਵਿੱਚ ਹੀ ਆਉਂਦਾ ਹੈਗਾ ਇਸ ਵਾਸਤੇ ਰਿਲੀਫ ਥੋੜੀ ਜ਼ਰੂਰ ਮਿਲੀ ਹੈਗੀ ਹੈ ਅਗਰ 30% ਘੱਟ ਨਾ ਕਰਦੇ ਤੇ ਸ਼ਾਇਦ ਬਹੁਤ ਸਾਰੇ ਸਪਾਂਸਰ ਜਿਹੜੇ ਨੇ ਉਹ ਐਲੀਜੀਬਲ ਨਹੀਂ ਹੋਣੇ ਸਨ ਤੇ ਜਿਹੜਾ ਕੁਐਸਚਨੇਅਰ ਉਹਨਾਂ ਨੇ ਐਡ ਕਰਨਾ ਹੈ ਉਹਦੇ ਵਿੱਚ ਜਦੋਂ ਤੁਸੀਂ ਪਹਿਲਾਂ ਦੱਸ ਚੁੱਕੇ ਹਾਲਾਂਕਿ ਵਿਸਥਾਰ ਨਾਲ ਪਰ ਉਹਦੇ ਵਿੱਚ ਜਦੋਂ ਉਹਨੂੰ ਭਰਨਾ ਤਾਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ ਜਿਹੜੇ ਐਪਲੀਕੇਸ਼ਨ ਵਾਲੇ ਆ ਕੁਐਸਚਨੇਅਰ ਭਰਨ ਵਾਸਤੇ ਇਹ ਜ਼ਰੂਰੀ ਹੈਗਾ ਕਿ ਕੁਐਸਚਨਰ ਪੂਰਾ ਕੰਪਲੀਟ ਭਰਿਆ ਜਾਏ ਅਗਰ ਇਨਕੰਪਲੀਟ ਹੋਏਗਾ ਤਾਂ ਉਸ ਨੂੰ ਕੰਸੀਡਰ ਨਹੀਂ ਕੀਤਾ ਜਾਏਗਾ ਜਿਹੜੀ ਵੀ ਇਨਫੋਰਮੇਸ਼ਨ ਹੈਗੀ ਹੈ ਉਹ ਜੋ ਉਹਨਾਂ ਨੇ ਮੰਗਿਆ ਹੈਗਾ ਉਹਨਾਂ ਨੂੰ ਦੇਣੀ ਹੈਗੀ ਹੈ ਮੇਰੇ ਐਕਸਪੀਰੀਅੰਸ ਦੇ ਵਿੱਚ ਉਹਨਾਂ ਨੇ ਇਨਕਮ ਫਿਗਰਸ ਨਹੀਂ ਮੰਗਣੀਆਂ ਹੈਗੀਆਂ ਨੇ ਸਿਰਫ ਇਹ ਮੰਗਣਾ ਹੈਗਾ ਕਿ ਡੂ ਯੂ ਕੁਆਲੀਫਾਈ ਯੈਸ ਆਰ ਨੋ ਕਿਉਂਕਿ ਅਗਰ ਤੁਸੀਂ ਕੁਆਲੀਫਾਈ ਨਹੀਂ ਕਰਦੇ ਹੈਗੇ ਤਾਂ ਤੁਹਾਡੀ ਜਿਹੜੀ ਉਹਨਾਂ ਨੇ 60 ਡੇਜ਼ ਦੇ ਬਾਅਦ ਐਪਲੀਕੇਸ਼ਨ ਮੰਗਣੀ ਹੈਗੀ ਹੈ ਉਹ ਆਟੋਮੈਟਿਕਲੀ ਰਿਫਿਊਜ਼ ਹੋ ਜਾਏਗੀ ਇਸ ਵਾਸਤੇ ਕੋਈ ਵੀ ਸਪਾਂਸਰ ਇਸ ਚੀਜ਼ ਦੇ ਉੱਤੇ ਆਪਣਾ ਇਹ ਮੈਂ ਕਹਾਂਗਾ ਕਿ ਕੋਈ ਇਸ ਤਰ੍ਹਾਂ ਦਾ ਗੈਂਬਲ ਨਹੀਂ ਕਰਨਾ ਚਾਹੀਦਾ ਹੈਗਾ ਇੱਕ ਚੀਜ਼ ਹੋਰ ਜਿਹੜੀ ਬਹੁਤ ਜ਼ਿਆਦਾ ਧਿਆਨ ਰੱਖਣ ਵਾਲੀ ਹੈਗੀ ਹੈ ਕਈ ਲੋਕਾਂ ਦਾ ਮਤ ਇਹ ਹੁੰਦਾ ਹੈਗਾ ਕਿ ਸਾਨੂੰ ਇੱਕ ਤੋਂ ਜ਼ਿਆਦਾ ਦਫਾ ਇੰਟਰਸਟ ਟੂ ਸਪਾਂਸਰ ਦਾ ਫਾਰਮ ਭਰਨਾ ਚਾਹੀਦਾ ਹੈਗਾ ਇਹ ਇੱਕ ਗਲਤ ਭਾਵਨਾ ਹੈਗੀ ਹੈ ਕਿਉਂਕਿ ਅਗਰ ਇੱਕ ਤੋਂ ਜ਼ਿਆਦਾ ਭਰਿਆ ਗਿਆ ਤਾਂ ਉਹਨਾਂ ਨੇ ਬਾਕੀ ਜਿਹੜੇ ਨੇ ਸਿਰਫ ਇੱਕ ਕੰਸੀਡਰ ਕਰਨਾ ਬਾਕੀ ਸਾਰਾ ਉਹਨਾਂ ਦੇ ਸਿਸਟਮ ਨੇ ਆਪਣੇ ਆਪ ਮਨਾ ਕਰ ਦੇਣਾ ਹੈਗਾ ਕੰਸੀਡਰ ਕਰਨ ਵਾਸਤੇ ਮੰਨ ਲਓ ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਨੇ ਸਿਰਫ ਇਹ ਪੁੱਛਣਾ ਕਿ ਤੁਸੀਂ ਕੁਆਲੀਫਾਈ ਕਰਦੇ ਨਹੀਂ ਕਰਦੇ ਮੰਨ ਲਓ ਕਿਸੇ ਨੇ ਨਹੀਂ ਪਤਾ ਲੱਗਾ ਉਹਨੇ ਕਿਹਾ ਵੀ ਹਾਂ ਮੈਂ ਕਰਦਾ ਹਾਂ ਤੇ ਉਹ ਐਪਲੀਕੇਸ਼ਨ ਚੱਲ ਗਈ ਔਰ ਉਸ ਤੋਂ ਬਾਅਦ 'ਚ ਉਹ ਲੋਟਰੀ ਸਿਸਟਮ ਦੇ ਵਿੱਚ ਵੀ ਉਹ ਐਪਲੀਕੇਸ਼ਨ ਆ ਗਈ ਤੇ ਉਸ ਤੋਂ ਬਾਅਦ ਜਦੋਂ ਉਹ ਰਿਫਿਊਜ਼ ਹੋਊਗੀ ਉਸ ਤੋਂ ਬਾਅਦ ਜਿਹੜੇ ਬਾਕੀ ਬਚਣਗੇ ਉਹਨਾਂ ਨੂੰ ਦੁਬਾਰਾ ਫਿਰ ਇਨਵੀਟੇਸ਼ਨ ਆਊਗਾ ਪੂਰਾ ਐਬਸੋਲੂਟਲੀ ਅਗਰ ਪਹਿਲੇ 10,000 ਮੰਗੇ ਜਾਂਦੇ ਨੇ ਔਰ ਹਾਈਪੋਥੈਟੀਕਲੀ ਸਪੀਕਿੰਗ ਅਗਰ ਉਹਦੇ ਵਿੱਚੋਂ 500 ਐਸੇ ਨੇ ਜਿਹੜੇ ਕਿ ਕੁਆਲੀਫਾਈ ਨਹੀਂ ਕਰਦੇ ਸੀਗੇ ਤੇ 500 ਦੀ ਲਿਸਟ ਫਿਰ ਦੁਬਾਰਾ ਉਹ ਪਿਕਅਪ ਕਰਨਗੇ ਉਸੇ ਪਹਿਲੇ ਜਿਹੜੇ ਦਿੱਤੇ ਹੋਏ ਨੇ ਉਹਨਾਂ ਦੇ ਵਿੱਚੋਂ ਜਿਹੜੇ ਇਹਨਾਂ ਨੇ ਅਗਲੇ ਸਾਲ ਲਈ ਤੁਸੀਂ ਕਿਹਾ ਕਿ 30,000 ਦੀ ਸ਼ਾਇਦ ਇਹਨਾਂ ਨੇ ਕਿਹਾ ਅਗਲੇ ਸਾਲ ਵੀ ਲੋਟਰੀ ਸਿਸਟਮ ਦੀ ਸੰਭਾਵਨਾ ਕਿ ਕੋਈ ਹੈਗੀ ਇੰਡੀਕੇਸ਼ਨ ਕਿ ਸ਼ਾਇਦ ਸਿਸਟਮ ਕੁਝ ਚੇਂਜ ਹੋ ਸਕਦਾ ਮੇਰੇ ਵਿਚਾਰ ਦੇ ਵਿੱਚ ਮਿਨਿਸਟਰਸ ਨੇ 3 ਆਲਰੇਡੀ ਆਲਟਰਨੇਟਿਵਸ ਜਿਹੜੇ ਨੇ ਟਰਾਈ ਕਰ ਬੈਠੇ ਨੇ ਔਰ ਇਸ ਵਕਤ ਲੱਗਦਾ ਹੈਗਾ ਕਿ ਇਹ ਡੈਫੀਨਿਟ ਡਿਸੀਜਨ ਹੈਗਾ ਕਿ ਲਾਟਰੀ ਸਿਸਟਮ ਦੇ ਉੱਤੇ ਹੀ ਨਿਰਭਰ ਕਰਨਾ ਚਾਹੀਦਾ ਹੈਗਾ ਤੇ ਜਿਹੜੀਆਂ ਪਿਛਲੀਆਂ ਐਪਲੀਕੇਸ਼ਨਾਂ ਬਹੁਤ ਸਾਰੀਆਂ ਜਮ੍ਹਾਂ ਹੋਈਆਂ ਪਈਆਂ ਨੇ ਉਹਨਾਂ ਦਾ ਇਸ ਵਕਤ ਕੀ ਚੱਲ ਰਿਹਾ ਕਿ ਉਹ ਵੀ ਜਿਹੜੀਆਂ ਨਿਪਟਾਈਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਉਹਨਾਂ ਨੂੰ ਫਸਟ ਪ੍ਰੈਫਰੈਂਸ ਦਿੱਤੀ ਜਾਏਗੀ ਪਹਿਲੇ ਉਹ ਨਿਪਟਾਈਆਂ ਜਾਣਗੀਆਂ ਬਾਅਦ ਵਿੱਚ ਇਹਨਾਂ ਨੂੰ
ਪ੍ਰੋਸੈਸ ਕਰਨਾ ਸਟਾਰਟ ਕੀਤਾ ਜਾਏਗਾ। ਇਹ ਹਮੇਸ਼ਾ ਡਿਪਾਰਟਮੈਂਟ ਦਾ ਇੱਕ ਪ੍ਰਿੰਸੀਪਲ ਰਿਹਾ ਹੈਗਾ। ਜੀ, ਤੇ ਅਖੀਰ ਦੇ ਵਿੱਚ ਤੁਸੀਂ ਕੋਈ ਸਲਾਹ ਦੇਣੀ ਚਾਹੁੰਦੇ ਹੋ ਜਿਨ੍ਹਾਂ ਨੇ ਆਪਣੇ ਮਾਪਿਆਂ ਨੂੰ ਬੁਲਾਉਣਾ, ਇੱਥੇ ਅਪਲਾਈ ਕਰਨਾ, ਉਹਨਾਂ ਲਈ ਕੋਈ ਖਾਸ ਸਲਾਹ? ਮੇਰੇ ਜ਼ਿਹਨ ਦੇ ਵਿੱਚ ਇਸ ਸਾਲ ਦੇ ਵਿੱਚ ਚੂँकि ਸਿਰਫ 10,000 ਐਪਲੀਕੇਸ਼ਨਸ ਲਿੱਤੀਆਂ ਜਾਣਗੀਆਂ, ਇਸ ਵਾਸਤੇ ਔਰ ਲੋਕ ਪੂਰੇ 10-11 ਮਹੀਨੇ ਤੋਂ ਇਸ ਚੀਜ਼ ਦੇ ਲਈ ਵੇਟ ਕਰ ਰਹੇ ਸਨ। ਰਸ਼ ਕਾਫੀ ਹੋਏਗਾ ਔਰ ਜਲਦੀ ਤੋਂ ਜਲਦੀ ਐਪਲੀਕੇਸ਼ਨਸ ਭਰਨ ਦੀ ਕੋਸ਼ਿਸ਼ ਕਰਨਗੇ, ਲੇਕਿਨ ਉਹਨਾਂ ਨੇ ਪੂਰਾ 3 ਹਫ਼ਤੇ ਦਾ ਟਾਈਮ ਦਿੱਤਾ ਹੈਗਾ। ਜਿੰਨੀਆਂ ਐਪਲੀਕੇਸ਼ਨਸ ਲੈਟਰ ਟੂ ਇੰਟੈਂਸ਼ਨ ਟੂ ਸਪਾਂਸਰ ਫਾਰਮਸ ਭਰੀਆਂ ਨੇ, ਉਹ ਸਾਰੇ ਦੇ ਸਾਰੇ ਉਹਨਾਂ ਨੇ ਲਾਟਰੀ ਦੇ ਵਿੱਚ ਯੂਜ਼ ਕਰਨੇ ਨੇ, ਉਹਨਾਂ ਤੋਂ ਪਿਕਅਪ ਕਰਨੇ ਹੈਗੇ ਨੇ। ਅਗਰ ਇੱਕ ਸਪਾਂਸਰ ਉਸ ਨੂੰ ਇੰਟੈਂਸ਼ਨ ਟੂ ਸਪਾਂਸਰ ਫਾਰਮ ਠੀਕ ਕੰਪਲੀਟ ਨਹੀਂ ਕਰਦਾ ਹੈਗਾ, ਉਹ ਆਟੋਮੈਟਿਕਲੀ ਰਿਜੈਕਟ ਹੋ ਜਾਂਦਾ ਹੈਗਾ। ਇੱਕ ਚੀਜ਼ ਜਿਹੜੀ ਹੋਰ ਨਾਰਮਲੀ ਗਲਤੀ ਕਰਦੇ ਨੇ ਕਿ ਸਪਾਂਸਰ ਬਜਾਏ ਆਪਣੇ ਫਾਦਰ ਔਰ ਮਦਰ ਨੂੰ ਸਪਾਂਸਰ ਕਰਨ ਤੇ ਆਪਣੇ ਪੇਰੈਂਟਸ ਇਨ ਲਾ ਨੂੰ ਸਪਾਂਸਰ ਕਰਨ ਦੀ ਗਲਤੀ ਕਰਦੇ ਨੇ। ਉਹ ਅਗਰ ਪਿਕਅਪ ਵੀ ਹੋ ਗਈ ਲਾਟਰੀ ਦੇ ਬਾਅਦ, ਫਿਰ ਵੀ ਉਹਦੇ ਉੱਤੇ ਪ੍ਰੋਸੈਸਿੰਗ ਨਹੀਂ ਹੋਏਗੀ, ਕਿਉਂਕਿ ਸਪਾਂਸਰ ਉਸ ਕੇਸ ਦੇ ਵਿੱਚ ਸਪਾਊਸ ਹੋਣਾ ਚਾਹੀਦਾ ਸੀਗਾ, ਨਾ ਕਿ ਜਿਸ ਨੇ ਸਪਾਂਸਰ ਕੀਤਾ ਹੈਗਾ। ਉਹ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈਗਾ। ਔਰ ਆਪਣੀ ਇਨਕਮ ਨੂੰ ਜਿਹੜੇ ਪਿਛਲੇ 3 ਸਾਲ ਦੀ ਹੈਗੀ ਹੈ, ਉਹਨਾਂ ਨੂੰ ਜ਼ਰੂਰ ਕੰਸੀਡਰ ਕਰਨਾ ਚਾਹੀਦਾ ਹੈਗਾ। ਤੁਸੀਂ ਪੂਰੀ ਕੋਸ਼ਿਸ਼ ਕਰਕੇ ਤੁਹਾਡਾ ਨਾਂ ਨਿਕਲ ਆਉਂਦਾ ਹੈਗਾ ਉਹਦੇ ਵਿੱਚ ਲਾਟਰੀ ਦੇ ਵਿੱਚ, ਔਰ ਤੁਹਾਡੀ ਇਨਕਮ ਪੂਰੀ ਨਹੀਂ ਹੁੰਦੀ ਹੈਗੀ, ਉਸ ਵੇਲੇ ਜਿਹੜੀ ਫਰਸਟ੍ਰੇਸ਼ਨ ਹੁੰਦੀ ਹੈਗੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈਗੀ। ਔਰ ਉਸ ਤੋਂ ਅੱਛਾ ਹੈਗਾ ਕਿ ਤੁਸੀਂ 1 ਸਾਲ ਹੋਰ ਵੇਟ ਕਰ ਲਓ। ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਕਿ ਪੋਸੀਬਿਲਿਟੀ ਹੈਗੀ ਹੈ ਕਿ 21 ਦਾ ਜਿਹੜਾ ਹੈਗਾ 2021 ਦਾ, ਉਹ ਫੈਬਰੂਰੀ ਮਾਰਚ ਦੇ ਵਿੱਚ ਅਨਾਊਂਸਮੈਂਟ ਆਉਣ ਦੀ ਉਮੀਦ ਹੈਗੀ ਹੈ। ਇਸ ਸਾਲ ਜੋ ਅਨਾਊਂਸਮੈਂਟ ਡਿਲੇ ਹੋਈ, ਉਹ ਇਸ ਵਾਸਤੇ ਹੋਈ ਕਿ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਅਸੀਂ ਕਿਸ ਫਾਰਮੈਟ ਨੂੰ ਯੂਜ਼ ਕਰਨਾ ਹੈਗਾ। ਫਿਰ ਅਨਫਾਰਚੂਨੇਟ ਕੋਵਿਡ ਦਾ ਹੋ ਗਿਆ। ਹੁਣ ਚੁੱਕੇ ਫਾਰਮੈਟ ਡਿਸਾਈਡ ਹੋ ਚੁੱਕਿਆ ਹੈਗਾ। ਇਸ ਵਾਸਤੇ ਅਗਰ 2-3 ਮਹੀਨੇ ਜਾਂ ਮੈਕਸਿਮਮ 5 ਮਹੀਨੇ ਤੁਸੀਂ ਵੇਟ ਕਰ ਸਕਦੇ ਹੈਗੇ ਹੋ, ਐਂਡ you are absolutely sure that you are financially capable of sponsoring and meet the requirements, please go ahead and do it now. ਜੀ Otherwise, wait. ਜੀ, ਅੱਛਾ, ਇੱਕ ਗੱਲ ਹੋਰ ਪੁੱਛਣੀ ਸੀ ਕਿ ਜਿਵੇਂ ਤੁਸੀਂ ਫਾਈਨੈਂਸ਼ੀਅਲੀ ਦੀ ਗੱਲ ਕੀਤੀ, ਇਨਕਮ ਦੀ ਗੱਲ ਕੀਤੀ ਆ, ਇਹ ਕਿਵੇਂ ਪਤਾ ਲੱਗ ਸਕਦਾ ਜੇ ਕਿਸ ਨੇ ਅਪਲਾਈ ਕਰਨਾ ਕਿ ਮੇਰੀ ਇਨਕਮ ਕਿੰਨੀ ਹੋਣੀ ਚਾਹੀਦੀ? ਕੋਈ ਫਿਗਰਸ ਵਗੈਰਾ ਪੁਰਾਣੇ ਸਮਿਆਂ ਦੇ ਵਿੱਚ ਹੁਣ ਕੋਈ ਜਾਰੀ ਕੀਤੇ ਜਾਂਦੇ ਸਰਕਾਰ ਵੱਲੋਂ ਨਾਲ? ਹਰ ਸਾਲ ਇੱਕ ਇਸ ਤਰ੍ਹਾਂ ਦਾ ਡਾਕੂਮੈਂਟ ਇਸ਼ੂ ਹੁੰਦਾ ਹੈਗਾ। ਇਸ ਸਾਲ ਵੀ ਹੋਇਆ ਹੈਗਾ। ਇਨਕਮ ਰਿਕੁਆਇਰਡ ਫਾਰ 3 tax years right before the day you apply. Right before you apply, not before you file the intention to sponsor. Apply ਦਾ ਮਤਲਬ ਹੈਗਾ ਕਿ ਜਿਸ ਵੇਲੇ ਤੁਹਾਡਾ ਨਾਂ ਨਿਕਲ ਆਇਆ ਲਾਟਰੀ ਦੇ ਵਿੱਚ, ਉਸ ਤੋਂ ਬਾਅਦ 60 ਡੇਜ਼ ਤੁਹਾਨੂੰ ਮਿਲੇ ਐਪਲੀਕੇਸ਼ਨ ਕਰਨ ਵਾਸਤੇ। ਸੋ ਜਿਸ ਵੇਲੇ ਤੁਸੀਂ ਅਪਲਾਈ ਕਰਦੇ ਹੈਗੇ ਉਸ ਟਾਈਮ ਦੀ ਹੈਗੀ। ਹੁਣ ਇਹਦੇ ਵਿੱਚ ਲਿਖਿਆ ਸਪਾਂਸਰ ਅਪਲਾਈਂਗ ਇਨ 2021। ਇਜ਼ ਇਟ ਕਲੀਅਰਲੀ ਜਿਹੜੀ 2020 ਦੀ ਹੈਗੀ ਹੈ ਉਹ ਲੋ ਇਨਕਮ ਕੱਟ ਆਫ ਹੈਗੀ ਹੈ, ਇਹਦੇ 30% ਐਡ ਨਹੀਂ ਹੋਇਆ ਹੈਗਾ। ਠੀਕ ਹੈ। ਔਰ ਅਗਰ ਇਸ ਸਾਲ ਨੂੰ ਕੰਸੀਡਰ ਕੀਤਾ ਜਾਏ, ਹੁਣ ਜਿਹੜੀ ਐਪਲੀਕੇਸ਼ਨਸ ਹੁਣ ਜਾਣੀਆਂ ਨੇ ਅਕਤੂਬਰ 13 ਤੋਂ ਨਵੰਬਰ 3 ਤੱਕ, ਉਹਦੇ ਵਿੱਚ 18, 19 ਐਂਡ 20 ਦੀਆਂ ਤੁਹਾਡੀ
ਇਨਕਮ ਕਾਊਂਟ ਹੋਏਗੀ, ਕਿਉਂਕਿ ਪੋਸੀਬਿਲਿਟੀ ਨਹੀਂ ਹੈਗਾ ਕਿ ਤੁਸੀਂ ਜਨਵਰੀ 21 ਤੋਂ ਪਹਿਲੇ ਐਪਲੀਕੇਸ਼ਨ ਕਰ ਸਕੋ। ਲੇਕਿਨ just to be on the safe side, 17, 18, 19 and 20 ਦੀ ਇਨਕਮ ਨੂੰ ਸਾਨੂੰ ਕੰਸੀਡਰ ਕਰਨਾ ਚਾਹੀਦਾ ਹੈ। ਜੀ, ਮੇਰੇ ਖਿਆਲ ਨਾਲ ਕਿਉਂਕਿ 10,000 ਜਿਹੜੀਆਂ ਅਰਜ਼ੀਆਂ ਸਰਕਾਰ ਨੇ ਲੈਣੀਆਂ, ਔਰ ਇਸ 'ਚ ਕੋਈ ਸ਼ੱਕ ਨਹੀਂ ਕਿ ਬਹੁਤ ਵੱਡੀ ਗਿਣਤੀ ਜਿਹੜੇ ਲੋਕ ਆ ਅਪਲਾਈ ਕਰਨ ਵਾਲੇ ਆ, ਸੋ ਬਹੁਤ ਸਾਰੇ ਲੋਕ ਇਹ 'ਚ ਕੋਈ ਸ਼ੱਕ ਨਹੀਂ ਕਿ ਰਹਿ ਜਾਣਗੇ। ਸੋ ਉਹਨਾਂ ਲਈ ਕੀ ਸਲਾਹ ਹੈ, ਕਿਉਂਕਿ ਬਹੁਤ ਨਿਰਾਸ਼ ਹੋ ਜਾਂਦੇ ਲੋਕ ਜਦੋਂ ਉਹਨਾਂ ਦੀ ਨੰਬਰ ਨਹੀਂ ਲੱਗਦਾ। ਇਹ ਇੱਕ ਅੱਛੀ ਚੀਜ਼ ਹੈਗੀ ਹੈ ਕਿ ਨੰਬਰ ਆਲਰੇਡੀ ਡਿਸਾਈਡ ਕਰ ਦਿੱਤਾ ਜਾਂਦਾ ਹੈਗਾ, ਕਿ ਪਤਾ ਹੈਗਾ ਕਿ ਵੀ ਕਿੰਨਾ ਹੋਣਾ ਹੈ। ਨਿਰਾਸ਼ਾ ਬਹੁਤ ਜ਼ਬਰਦਸਤ ਹੁੰਦੀ ਹੈਗੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈਗਾ। ਲੇਕਿਨ ਕੈਨੇਡਾ ਗਵਰਨਮੈਂਟ ਨੇ ਇਹ ਇੱਕ ਪ੍ਰਿੰਸੀਪਲ ਦੇ ਵਿੱਚ ਡਿਸਾਈਡ ਕਰ ਲਿਆ ਕਿ ਉਹਨਾਂ ਨੇ ਇਤਨੇ ਨੰਬਰ ਆਫ ਪੇਰੈਂਟਸ ਨੂੰ ਸਪਾਂਸਰਸ਼ਿਪ ਅਲਾਉ ਕਰਨਾ ਹੈਗਾ। ਇਨੀਸ਼ੀਅਲੀ 5000 ਸੀਗਾ, ਫਿਰ ਵਧਾ ਕਰਕੇ 10,000 ਕੀਤਾ ਗਿਆ, ਪਿਛਲੇ ਸਾਲ 20,000 ਕੀਤਾ ਗਿਆ, ਇਸ ਸਾਲ 10,000 ਕੀਤਾ ਗਿਆ ਬਿਕਾਜ਼ ਆਫ ਕੋਵਿਡ, ਔਰ ਨੈਕਸਟ ਈਅਰ ਦੀ ਇਸ ਵਾਸਤੇ ਫਿਗਰ ਜਿਹੜੀ ਹੈਗੀ ਹੈ ਉਹ 30,000 ਦਿੱਤੀ ਗਈ ਹੈਗੀ ਹੈ ਇਸ ਨੂੰ ਕੰਪਨਸੇਟ ਕਰਨ ਵਾਸਤੇ। ਮੇਰੇ ਵਿਚਾਰ ਦੇ ਵਿੱਚ 20,000 ਇਨਫ ਨਹੀਂ ਹੈ, ਲੇਕਿਨ ਇਮੀਗ੍ਰੇਸ਼ਨ ਮਿਨਿਸਟਰ ਨੇ ਇਹ ਦੇਖਣਾ ਹੈਗਾ ਕਿ ਉਸਨੇ ਕਿਤਨੇ ਫੈਮਿਲੀ ਕਲਾਸ ਦੇ ਵਿੱਚੋਂ ਕੇਸਿਸ ਲੈਣੇ ਨੇ, ਔਰ ਫੈਮਿਲੀ ਕਲਾਸ ਦੇ ਵਿੱਚੋਂ ਸਪਾਊਸ ਕਿੰਨਾ ਲੈਣਾ ਹੈਗਾ, ਡਿਪੈਂਡੈਂਟ ਚਿਲਡਰਨ ਕਿੰਨੇ ਲੈਣੇ ਨੇ, ਪੇਰੈਂਟਸ ਕਿਤਨੇ ਲੈਣੇ ਨੇ, ਨੈਫਿਊਜ਼ ਨੀਸਿਸ ਕਿੰਨੇ ਨੇ, ਅਡਾਪਟਡ ਚਿਲਡਰਨ ਕਿੰਨੇ ਨੇ, ਇਸ ਤਰ੍ਹਾਂ ਨਾਲ ਹੈਗਾ। ਔਰ ਕਿਤਨਾ ਪਰਸੈਂਟੇਜ ਉਹਨਾਂ ਨੇ ਸਕਿਲਡ ਵਰਕਰਸ ਵਿੱਚ ਲੈਣਾ ਹੈਗਾ, ਔਰ ਸਕਿਲਡ ਵਰਕਰਸ ਨੂੰ ਵੀ ਫਿਰ ਬਾਅਦ ਵਿੱਚ ਡਿਫਰੈਂਟ ਕੈਟੇਗਰੀਜ਼ ਦੇ ਵਿੱਚ ਦੇਖਦੇ ਨੇ। ਇਸ ਵਾਸਤੇ ਹਾਲਾਂਕਿ 20,000 ਘੱਟ ਹੈਗਾ, ਲੇਕਿਨ ਇਹ ਮਿਨਿਸਟਰ ਦੀ ਡਿਟਰਮੀਨੇਸ਼ਨ ਹੈ ਕਿ ਉਹਨਾਂ ਨੇ ਆਪਣਾ ਫਿਗਰਸ ਤੈਅ ਕਰਦੇ ਨੇ। ਅੱਛਾ ਮੁਲਤਾਰਾ ਸਾਹਿਬ, ਇਹਦੇ ਵਿੱਚ ਇੱਕ ਇਹ ਸਾਫ਼ ਕਰਿਓ ਕਿ ਸਪਾਂਸਰ ਕੌਣ ਹੋ ਸਕਦਾ, ਇਹਦੇ ਵਿੱਚ ਉਹਦੀ ਡੈਫੀਨੇਸ਼ਨ ਕੀ ਆ, ਵੀ ਕਿੰਨੇ ਜਾਣੇ ਹੋ ਸਕਦੇ ਆ, ਜਾਂ ਇੱਕ ਵਿਅਕਤੀ ਹੋ ਸਕਦਾ, ਇੱਕ ਤੋਂ ਵੱਧ ਹੋ ਸਕਦੇ ਆ? ਪੇਰੈਂਟਸ, ਗ੍ਰੈਂਡ ਪੇਰੈਂਟਸ ਦੇ ਵਿੱਚ ਸਪਾਂਸਰ ਇੱਕ ਇੰਡੀਵਿਜੂਅਲ ਹੁੰਦਾ ਹੈਗਾ, ਜਿਹੜਾ ਕਿ ਅਗਰ ਪੇਰੈਂਟਸ ਦੀ ਐਪਲੀਕੇਸ਼ਨ ਕਰ ਰਿਹਾ ਤਾਂ ਉਹਦਾ ਬੇਟਾ ਜਾਂ ਬੇਟੀ ਹੋਏਗੀ, ਔਰ ਉਸ ਦਾ ਸਪਾਊਸ ਕੋ ਸਪਾਂਸਰ ਹੁੰਦਾ ਹੈਗਾ। ਦੋਵਾਂ ਦੀ ਇਨਕਮ ਨੂੰ ਮਿਲਾ ਕਰਕੇ ਕੈਲਕੂਲੇਟ ਕੀਤਾ ਜਾਂਦਾ ਹੈਗਾ। ਅਗਰ ਇੱਕ ਜਿਹੜਾ ਪ੍ਰਿੰਸੀਪਲ ਸਪਾਂਸਰ ਹੈਗਾ, ਅਗਰ ਉਸਨੂੰ ਵਰਡ ਮੈਂ ਪ੍ਰਿੰਸੀਪਲ ਸਪਾਂਸਰ ਯੂਜ਼ ਕਰਾਂ, ਉਹ ਡਿਵੋਰਸਡ ਹੈਗਾ, ਤੇ ਫਿਰ ਉਸ ਦੀ ਵਾਈਫ ਦੀ ਇਨਕਮ ਵਿੱਚ ਕਾਊਂਟ ਨਹੀਂ ਹੁੰਦੀ ਹੈਗੀ ਹੈ, ਔਰ ਉਸ ਨੂੰ ਵੀ ਐਜ਼ ਮੈਂਬਰ ਆਫ ਦੀ ਸਪਾਂਸਰਿੰਗ ਫੈਮਿਲੀ ਨਹੀਂ ਕਿਹਾ ਜਾਂਦਾ ਹੈਗਾ। ਅਗਰ ਹਸਬੈਂਡ ਔਰ ਵਾਈਫ ਸੈਪਰੇਟਡ ਨੇ, ਡਾਈਵੋਰਸਡ ਨਹੀਂ ਹੈਗੇ ਨੇ, ਫਿਰ ਵੀ ਸਪਾਂਸਰ ਨੂੰ ਆਪਣੇ ਸਪਾਊਸ ਨੂੰ ਇਨਕਲੂਡ ਕਰਨਾ ਪੈਂਦਾ ਹੈਗਾ ਇਨਕਮ ਕੈਲਕੂਲੇਸ਼ਨ ਵਾਸਤੇ, ਚਾਹੇ ਉਹਦੀ ਸੈਪਰੇਟਡ ਸਪਾਊਸ ਦੀ ਇਨਕਮ ਵਿੱਚ ਐਡ ਨਾ ਹੋਵੇ। ਦੂਸਰੀ ਚੀਜ਼ ਜਿਹੜੀ ਬਹੁਤ ਇੰਪਾਰਟੈਂਟ ਹੈਗੀ ਹੈ ਕਿ ਇਹਨਾਂ ਕੇਸਿਸ ਦੇ ਵਿੱਚ ਸਿਰਫ ਸਪਾਂਸਰ ਔਰ ਕੋ ਸਪਾਂਸਰ ਹੁੰਦਾ ਹੈਗਾ, ਐਡੀਸ਼ਨਲ ਸਪਾਂਸਰਸ ਐਡ ਨਹੀਂ ਕਰ ਸਕਦੇ। ਇਹ ਨਹੀਂ ਹੈਗਾ ਕਿ ਫਾਦਰ ਔਰ ਮਦਰ ਨੂੰ ਸਪਾਂਸਰ ਕਰਨ ਵਾਸਤੇ 2 ਜਾਂ 3 ਬ੍ਰਦਰਸ ਜਾਂ 2 ਜਾਂ 3 ਸਿਸਟਰਸ ਮਿਲ ਕਰਕੇ ਇਕੱਠੇ ਸਪਾਂਸਰ ਕਰ ਦੇਣ। ਉਹ ਜੀ, ਭਾਵ ਕੀ ਹੈ ਕਿ ਮੰਨ ਲਓ ਜੇ ਕਿਸੇ ਦੇ 3 ਬੱਚੇ ਹੈਗੇ ਤਾਂ ਉਹਨਾਂ 'ਚੋਂ ਇੱਕ ਹੀ ਸਪਾਂਸਰ ਕਰ ਸਕਦਾ, ਔਰ ਉਹਦੇ ਵਿੱਚੋਂ ਜੇ ਉਹ ਮੈਰਿਡ ਹੈ ਤਾਂ ਫਿਰ ਉਹਨਾਂ ਨਾਲ ਸਪਾਊਸ ਜਿਹੜਾ ਵਾ ਕੋ ਸਪਾਊਸ ਐਡ ਹੋ ਸਕਦਾ। ਉਹ ਕੋ ਸਪਾਂਸਰ ਕਰਨਾ ਆਪਸ਼ਨਲ ਹੈਗਾ, ਕੰਪਲਸਰੀ ਨਹੀਂ ਹੈਗਾ।
ਉਹ ਤੁਹਾਡੇ ਵਾਸਤੇ ਬੈਨੀਫੀਸ਼ੀਅਲ ਹੈਗਾ ਅਗਰ ਤੁਹਾਡਾ ਕੋ ਸਪਾਂਸਰ ਐਮਪਲਾਇਡ ਸੀਗਾ, ਕੋ ਸਪਾਂਸਰ ਦੀ ਇਨਕਮ ਸੀਗੀ। ਅਗਰ ਕੋ ਸਪਾਂਸਰ ਦੀ ਇਨਕਮ ਨਹੀਂ ਹੈਗੀ ਤਾਂ ਤੁਸੀਂ ਛੋੜ ਸਕਦੇ ਹੈਗੇ ਹੋ, ਲੇਕਿਨ ਜਿਹੜਾ ਸਪਾਊਸ ਹੈਗਾ ਸਪਾਂਸਰ ਦਾ ਉਹ ਵੀ ਵਿੱਚ ਐਡ ਜ਼ਰੂਰ ਹੋਏਗਾ। ਜੀ, ਮਤਲਬ ਕਿ ਆਪਾਂ ਕਹਿ ਸਕਦੇ ਕਿ ਸੌਖੇ ਸ਼ਬਦਾਂ 'ਚ ਕਿ 2 ਜਣਿਆਂ ਦੀ ਹਸਬੈਂਡ ਵਾਈਫ ਦੀ ਇਨਕਮ ਹੈਡ ਹੋ ਕੇ ਉਹ ਅਪਲਾਈ ਕਰ ਸਕਦੇ ਨੇ। ਕਰੈਕਟ ਜੀ। ਅੱਛਾ, ਇਹਦੇ ਵਿੱਚ ਇੱਕ ਹੋਰ ਸੀ, ਮੰਨ ਲਓ ਕਿ ਜੇਕਰ ਅੱਜ ਤੁਸੀਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਆਪਾਂ ਡਿਪੈਂਡੈਂਟ ਜਿਹੜੇ ਬੱਚੇ ਆ ਉੱਥੇ ਉਹਨਾਂ ਨਾਲ ਅਪਲਾਈ ਕਰ ਸਕਦੇ ਹਾਂ, 22 ਸਾਲ ਤੋਂ ਉਮਰ ਘੱਟ ਹੋਣੀ ਚਾਹੀਦੀ ਹੈ। ਪਰ ਕਿਸੇ ਕੇਸ ਦੇ ਵਿੱਚ ਜਿਹੜਾ ਵਾ ਉਹਨਾਂ ਦੇ ਬੱਚੇ ਦੀ ਮਾਨਸਿਕ ਹਾਲਤ ਠੀਕ ਨਹੀਂ ਜਾਂ ਅਬਨੋਰਮਲ ਆ ਜਾਂ ਕੋਈ ਡਿਸੇਬਿਲਟੀਜ਼ ਆ, ਤਾਂ ਉਹਦੇ ਵਿੱਚ ਉਹਨਾਂ ਦੀ ਉਮਰ 22 ਸਾਲ ਤੋਂ ਉੱਪਰ ਹੋ ਗਈ ਆ, ਪਰ ਉਹ ਡਿਪੈਂਡੈਂਟ ਆਪਦੇ ਪੇਰੈਂਟਸ 'ਤੇ ਹੀ ਨੇ, ਤਾਂ ਉਸ ਕੇਸ ਦੇ ਵਿੱਚ ਕੀ ਕੋਈ ਸਕੋਪ ਹੈ ਕਿ ਉਹਨਾਂ ਦਾ ਨਾਲ ਅਪਲਾਈ ਹੋ ਸਕਦਾ? ਜਿਹੜੇ ਫਾਈਨੈਂਸ਼ੀਅਲੀ ਡਿਪੈਂਡੈਂਟ ਚਿਲਡਰਨ ਹੈਗੇ ਨੇ ਅਨਮੈਰਿਡ, ਉਹ ਐਡ ਹੁੰਦੇ ਨੇ, ਲੇਕਿਨ ਉਹ ਮੈਡੀਕਲੀ ਇਨਐਡਮਿਸਿਬਲ ਨਾ ਹੋਣ। ਇਸ ਦਾ ਕੀ ਮਤਲਬ ਹੈਗਾ ਕਿ ਜਿਸ ਵੇਲੇ ਫੈਮਿਲੀ ਦੀ ਮੈਡੀਕਲ ਐਗਜ਼ਾਮੀਨੇਸ਼ਨ ਹੁੰਦਾ ਹੈਗਾ, ਅਗਰ ਇੱਕ ਬੱਚਾ ਉਹ ਉਸ ਦੀ ਕੰਡੀਸ਼ਨ ਐਸੀ ਹੈਗੀ ਹੈ ਕਿ ਕੈਨੇਡਾ ਦੇ ਵਿੱਚ ਆ ਕਰਕੇ ਕੈਨੇਡੀਅਨ ਸੋਸਾਇਟੀ ਦੇ ਉੱਤੇ ਉਹ ਇੱਕ ਬਰਡਨ ਬਣਦਾ ਹੈਗਾ, ਫਿਰ ਅਨਫੋਰਚੂਨੇਟ ਸਿਚੁਏਸ਼ਨ ਇਹ ਹੁੰਦੀ ਹੈ ਕਿ ਸਾਰੀ ਐਪਲੀਕੇਸ਼ਨ ਰਿਫਿਊਜ਼ ਹੋ ਜਾਂਦੀ ਹੈ, ਈਵਨ ਪੇਰੈਂਟਸ ਵੀ ਨਹੀਂ ਆ ਸਕਦੇ। ਇਸ ਵਾਸਤੇ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜਾ ਡਿਪੈਂਡੈਂਟ ਚਾਈਲਡ ਹੈਗਾ, ਅਗਰ ਉਸ ਨੂੰ ਕੋਈ ਪ੍ਰੋਬਲਮ ਹੈਗੀ ਹੈ, ਫਾਈਨੈਂਸ਼ੀਅਲੀ ਡਿਪੈਂਡੈਂਟ ਹੈਗਾ, ਯੈਸ ਇਨਕਲੂਡ ਹੋ ਸਕਦਾ ਹੈਗਾ, ਲੇਕਿਨ ਉਹਦੀ ਮੈਡੀਕਲ ਕੰਡੀਸ਼ਨ ਐਸੀ ਨਹੀਂ ਹੋਣੀ ਚਾਹੀਦੀ ਕਿ ਉਹ ਕੈਨੇਡੀਅਨ ਸੋਸਾਇਟੀ ਦੇ ਉੱਤੇ ਬਰਡਨ ਬਣੇ। ਜੀ, ਭਾਵ ਕਿ ਇੱਥੇ ਦੀ ਸਰਕਾਰ ਉੱਤੇ ਉਹ ਭਾਰ ਨਾ ਬਣੇ। ਫਾਰ ਐਗਜ਼ਾਮਪਲ, ਕੋਈ ਐਸਾ ਹੈ ਕਿ ਬੱਚਾ ਜਿਹੜਾ ਕਿ ਕੰਮ ਨਹੀਂ ਕਰ ਸਕਦਾ ਕਿਸੇ ਕਿਸਮ ਦਾ ਵੀ, ਔਰ ਹਮੇਸ਼ਾ ਆਪਣੇ ਮਾਤਾ ਪਿਤਾ ਦੇ ਉੱਤੇ ਡਿਪੈਂਡੈਂਟ ਰਿਹਾ ਹੈਗਾ, ਲੇਕਿਨ ਜਿਸ ਵੇਲੇ ਕੈਨੇਡਾ ਆਏ ਉਹ ਡਿਪੈਂਡੈਂਟ ਤਾਂ ਰਵੇ, ਲੇਕਿਨ ਇਹ ਨਹੀਂ ਹੈਗਾ ਕਿ ਆ ਕਰਕੇ ਹਸਪੀਟਲ ਦੀ ਕਾਸਟ ਵੱਧ ਜਾਏ, ਮੈਡੀਸਿਨਸ ਦੀ ਕਾਸਟ ਵੱਧ ਜਾਏ, ਉਸ ਵੇਲੇ ਪ੍ਰੋਬਲਮ ਹੋ ਜਾਂਦੀ ਹੈ। ਹਾਲਾਂਕਿ ਰੀਸੈਂਟਲੀ ਇਮੀਗ੍ਰੇਸ਼ਨ ਐਕਟ ਰੈਗੂਲੇਸ਼ਨਸ ਦੇ ਵਿੱਚ ਥੋੜ੍ਹੀਆਂ ਜਿਹੀਆਂ ਕੁਝ ਸਹੂਲਤਾਂ ਵੀ ਮਿਲੀਆਂ ਨੇ ਕਿ ਪੇਰੈਂਟਸ ਨੂੰ ਇਹਦੇ 'ਚ ਮੈਡੀਕਲ ਦੇ ਵਿੱਚ ਕੁਝ ਸਹੂਲਤਾਂ ਮਿਲੀਆਂ ਹੈਗੀਆਂ ਨੇ, ਜਿਹਦਾ ਕਿ ਵਿਸਤਾਰ ਦੇ ਨਾਲ ਇਸ ਵਕਤ ਗੱਲ ਕਰਨੀ ਥੋੜ੍ਹੀ ਡਿਫਿਕਲਟ। ਜੀ, ਅੱਛਾ, ਇੱਕ ਸਵਾਲ ਇੱਥੇ ਹੋਰ ਸੀਗਾ, ਕਿਉਂਕਿ ਸਵਾਲ ਕਾਫੀ ਵਧੀ ਜਾਂਦੇ ਆ ਕਿ ਮੰਨ ਲਓ ਜੇ ਕਿਸੇ ਦੇ ਪੇਰੈਂਟਸ ਆਲਰੇਡੀ ਇੱਥੇ ਆਏ ਹੋਏ ਆ, ਚਾਹੇ ਉਹ ਸੁਪਰ ਵੀਜ਼ਾ 'ਤੇ ਆ ਚਾਹੇ ਵਿਜ਼ਟਰ 'ਤੇ ਆ, ਖਾਸ ਕਰ ਜੇ ਸੁਪਰ ਵੀਜ਼ਾ 'ਤੇ ਆ, ਉਹ ਚਾਹੁੰਦੇ ਆ ਕਿ ਸਾਡੇ ਉੱਥੋਂ ਉਹ ਪਰਮਾਨੈਂਟ ਹੋ ਜਾਣ, ਤਾਂ ਉਹ ਵੀ ਇਹਦੇ ਵਿੱਚ ਭਾਗ ਲੈ ਸਕਦੇ ਆ? ਆਫ ਕੋਰਸ ਕਰ ਸਕਦੇ ਹੈਗੇ, ਐਪਲੀਕੇਸ਼ਨ ਕਰ ਸਕਦੇ ਨੇ, ਜਿਹੜਾ ਇੰਟੈਂਸ਼ਨ ਟੂ ਸਪਾਂਸਰ ਫਾਰਮ ਕੰਪਲੀਟ ਕਰ ਸਕਦੇ ਹੈਗੇ ਨੇ। ਅਗਰ ਉਹ ਲਾਟਰੀ ਦੇ ਵਿੱਚ ਆ ਜਾਂਦਾ ਹੈਗਾ ਤਾਂ ਉਹਨਾਂ ਦੀ ਐਪਲੀਕੇਸ਼ਨ ਕੰਪਲੀਟ ਹੋ ਸਕਦੀ ਹੈਗੀ ਹੈ। ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਇੱਕ ਲਾਇਸੈਂਸ ਮਿਲ ਗਿਆ ਕਿ ਉਹ ਇੱਥੇ ਰਹਿੰਦੇ ਜਾਣਗੇ ਜਦ ਤੱਕ ਕਿ ਐਪਲੀਕੇਸ਼ਨ ਉਹਨਾਂ ਦੀ ਪਰਮਾਨੈਂਟ ਦੀ ਕੰਪਲੀਟਲੀ ਪ੍ਰੋਸੈਸ ਨਹੀਂ ਹੋ ਜਾਂਦੀ। ਅਗਰ ਉਹਨਾਂ ਦਾ ਸਟੇਟਸ ਵਿਜ਼ਿਟਰ ਸਟੇਟਸ ਕੈਨੇਡਾ ਦੇ ਵਿੱਚ ਐਕਸਪਾਇਰ ਹੋ ਜਾਂਦਾ ਹੈਗਾ ਤਾਂ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਹੈਗਾ। ਅਗਰ ਉਹ ਆਪਣਾ ਸਟੇਟਸ ਮੇਨਟੇਨ ਕਰ ਸਕਦੇ ਨੇ ਤਾਂ ਵਿਦਿਨ ਕੈਨੇਡਾ ਉਹਨਾਂ ਦੀ ਲੈਂਡਿੰਗ ਹੋ ਜਾਂਦੀ ਹੈ। ਸੋ ਮਲਹੋਤਰਾ ਸਾਹਿਬ, ਬਹੁਤ ਬਹੁਤ ਧੰਨਵਾਦ ਜਿਹੜੀ ਇਹ ਬਹੁਮੁੱਲੀ ਜਾਣਕਾਰੀ ਦੇਣ ਲਈ। ਥੈਂਕ ਯੂ ਵੈਰੀ ਮਚ ਜੀ, ਆਈ ਹੋਪ ਇਟ ਹੈਲਪਸ। ਸੋ ਇਹ ਸਨ ਸਾਡੇ ਨਾਲ ਵਾਈਡੀ ਮਲਹੋਤਰਾ ਜੀ, ਜਿਨ੍ਹਾਂ ਦਾ ਖੁਦ ਤਜਰਬਾ ਹੈਗਾ ਇੱਕ ਵੀਜ਼ਾ ਅਫਸਰ ਵਜੋਂ ਕੰਮ ਕਰਨ ਦਾ, ਔਰ ਬੜੇ ਵਿਸਥਾਰ ਨਾਲ ਉਹਨਾਂ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ। ਸੋ ਮੇਰੇ ਖਿਆਲ ਨਾਲ ਇਸ ਐਪਲੀਕੇਸ਼ਨ ਜੇ ਕਿਸੇ ਨੇ ਅਪਲਾਈ ਕਰਨਾ ਤਾਂ ਉਹਨਾਂ ਲਈ ਇਹ ਇਨਫ ਜਾਣਕਾਰੀ ਹੋਊਗੀ। ਜੇ ਇਸ ਤੋਂ ਇਲਾਵਾ ਹੋਰ ਵੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਇਹ ਕੈਨੇਡੀਅਨ ਇਮੀਗ੍ਰੇਸ਼ਨ ਜਿਹੜੀ IRCC ਦੀ ਵੈਬਸਾਈਟ ਹੈ ਉੱਥੇ ਜਾ ਕੇ ਦੇਖ ਸਕਦੇ ਹੋ। ਸੋ ਜੇ ਕੋਈ ਸਵਾਲ ਹੈ ਹੋਰ ਤਾਂ ਤੁਸੀਂ ਉਹ ਸਾਨੂੰ ਭੇਜ ਸਕਦੇ ਹੋ, ਅਸੀਂ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਤੇ ਤੁਸੀਂ ਦੇਖਦੇ ਰਹੋ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।